ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਇ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਡੰਡਾਉਤ ਬੰਧਨ ਅਨਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਬਾਣੀ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ। ਵਡਭਾਗੇ ਹਾਂ, ਹਰ ਰੋਜ਼ ਦੀ ਤਰ੍ਹਾਂ ਸੰਗਤ ਦੀਆਂ ਘੜੀਆਂ ਦੀ ਪ੍ਰਾਪਤੀ ਹੋਈ ਹੈ। ਸਤਿਗੁਰਾਂ ਨੇ ਆਪਣੀ ਗੋਦ ਵਿੱਚ ਸਾਨੂੰ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਕਰਵਾਇਆ ਹੈ। ਸਭ ਤੋਂ ਪਹਿਲਾਂ ਸਰਬੱਤ ਮਾਈ ਭਾਈ ਵੀਰਾਂ ਭੈਣਾਂ ਨੂੰ ਅੱਜ ਜੋ ਵਿਸ਼ੇਸ਼ ਦਿਹਾੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਗੁਰਗੱਦੀ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸੋ ਨਾਲ ਹੀ ਆਪਾਂ ਸੰਖੇਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਚਾਨਣਾ ਪਾਵਾਂਗੇ। ਸੋ ਆਪ ਜੀ ਦਾ ਜਨਮ ਤਕਰੀਬਨ ਸੰਗਤਾਂ ਜਾਣਦੀਆਂ ਨੇ ਕਿ ਭਾਈ ਬਾਸਰ ਕੇ ਪਿੰਡ
ਜਿੱਥੇ ਅੱਜ ਗੁਰਦੁਆਰਾ ਸੰਨ ਸਾਹਿਬ ਚਵਾਲ ਦੀ ਧਰਤੀ ਅੰਮ੍ਰਿਤਸਰ ਦੇ ਨਜ਼ਦੀਕ ਹੈ। ਸੋ ਆਪ ਜੀ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 17 ਰਾਗਾਂ ਦੇ ਵਿੱਚ ਹੈ। ਇਤਿਹਾਸ ਮੁਤਾਬਕ 60ਵੀਆਂ ਦੀ ਉਮਰ ਵਿੱਚ ਆਪ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਤਕਰੀਬਨ 12 ਕੁ ਸਾਲਾਂ ਦੀ ਜੋ ਬਿਖਮ ਘਾਲਣਾ ਉਹ 12 ਸਾਲ ਆਪ ਜੀ ਨੇ ਘਾਲੀ। ਆਪ ਜੀ ਦਾ ਜੀਵਨ ਬੜਾ ਸੁਚੱਜਾ ਅਤੇ ਉੱਚੇ ਸੁੱਚੇ ਆਚਰਣ ਵਾਲਾ। ਆਪ ਜੀ ਇੱਕ ਨੇਕੀ ਦੇ ਰਾਹ 'ਤੇ ਚੱਲਣਾ ਚਾਹੁੰਦੇ ਸੀ। ਉਸ ਪ੍ਰਭੂ ਪਰਮਾਤਮਾ ਦੀ ਲਾਭਦੀ ਤਾਂਘ ਆਪ ਜੀ ਦੇ ਹਿਰਦੇ ਵਿੱਚ ਸੀ। ਸੋ ਸਾਧ ਸੰਗਤ ਜੀ ਕਹਿੰਦੇ ਜਦੋਂ ਆਪਣੇ ਅੰਦਰ ਮੰਜ਼ਿਲ ਨੂੰ ਪਾਉਣ ਦੀ ਤਾਂਘ ਹੋਵੇ ਨਾ, ਤਾਂ ਮੰਜ਼ਿਲ ਤੱਕ ਪਹੁੰਚਿਆਂ ਬਹੁਤੀ ਦੇਰੀ ਨਹੀਂ ਲੱਗਿਆ ਕਰਦੀ। ਸੋ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਸ ਮੰਜ਼ਿਲ ਤੱਕ ਪਹੁੰਚ ਕੇ ਆਪਣਾ ਜੀਵਨ ਹੈ ਜੋ ਸੁਚੱਜਾ ਬਣਾਇਆ। ਅੱਜ ਦੇਖੋ ਤੁਸੀਂ, ਜੇ ਉਸ ਮੰਜ਼ਿਲ ਤੱਕ ਪਹੁੰਚੇ ਨੇ ਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਤਾਂ ਦੇਖੋ ਦੁਨੀਆ ਨੂੰ ਕੀ ਉਪਦੇਸ਼ ਦੇ ਰਹੇ ਨੇ। ਦੇਖੋ ਤੁਸੀਂ, ਸਭ ਤੋਂ ਸਰਲ ਅਤੇ ਸੌਖੀ ਬਾਣੀ ਕਿਹੜੀ ਹੈ ਨਾ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਕੀ ਫਰਮਾਨ ਕਰਦੇ ਨੇ, ਕਹਿੰਦੇ ਰਾਮ ਕਲੀ ਮਹੱਲਾ ਤੀਜਾ ਆਨੰਦ। ਆਪ ਜੀ ਜੋ ਗੁਰਬਾਣੀ ਦੀਆਂ ਪੰਕਤੀਆਂ ਸ਼੍ਰਵਣ ਕਰ ਰਹੇ ਹੋ, ਇਹ ਜੋ ਗੁਰਬਾਣੀ ਹੈ ਨਾ, ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਉਚਾਰਨ ਕੀਤੀ ਹੋਈ ਗੁਰਬਾਣੀ ਹੈ। ਸਤਿਗੁਰੂ ਜੀ ਕੀ ਫਰਮਾਨ ਕਰਦੇ ਨੇ, ਕਹਿੰਦੇ ਰਾਮ ਕਲੀ ਮਹੱਲਾ ਤੀਜਾ। ਇਹ ਜੋ ਭਾਈ ਬਾਣੀ ਹੈ ਰਾਮ ਕਲੀ ਰਾਗ ਦੇ ਅੰਦਰ ਹੈ। ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਗੁਰਬਾਣੀ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਕਹਿੰਦੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ, ਕਹਿੰਦੇ ਕੇਵਲ ਭਾਈ ਇੱਕ ਹੀ ਹੈ, ਇੱਕ ਓੰਕਾਰ। ਕਹਿੰਦੇ ਭਾਈ ਉਹ ਮਿਲਦਾ ਕਿਵੇਂ ਹੈ, ਪਾਇਆ ਕਿਵੇਂ ਜਾਂਦਾ? ਸਤਿ ਗੁਰ ਪ੍ਰਸਾਦ। ਕਹਿੰਦੇ ਉਹ ਸੱਚੇ ਗੁਰਾਂ ਦੀ ਦਇਆ ਦੁਆਰਾ, ਕਹਿੰਦੇ ਅਕਾਲ ਪੁਰਖ ਦੀ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਕਹਿੰਦੇ ਉਸ ਨੂੰ ਪਾਇਆ ਜਾਂਦਾ। ਸਤਿਗੁਰੂ ਜੀ ਕੀ ਫਰਮਾਨ ਕਰਦੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆਨੰਦ ਭਇਆ ਮੇਰੀ ਮਾਈ। ਮਾਂ ਨੂੰ ਸੰਬੋਧਨ ਕਰ ਰਹੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਕਹਿੰਦੇ ਹੇ ਮੇਰੀ ਮਾਂ, ਕਹਿੰਦੇ ਆਨੰਦ ਪ੍ਰਾਪਤ ਹੋ ਗਿਆ, ਕਹਿੰਦੇ ਖੁਸ਼ੀ ਉਤਪੰਨ ਹੋ ਗਈ, ਕਹਿੰਦੇ ਸੱਚੀ ਖੁਸ਼ੀ ਉਤਪੰਨ ਹੋ ਗਈ। ਆਨੰਦ ਭਇਆ ਮੇਰੀ ਮਾਏ, ਕਹਿੰਦੇ ਕਿਵੇਂ ਹੋ ਗਈ ਖੁਸ਼ੀ ਪ੍ਰਾਪਤ? ਸਤਿਗੁਰੂ ਜੀ ਕਹਿੰਦੇ ਸਤਿਗੁਰੂ ਮੈਂ ਪਾਇਆ, ਕਹਿੰਦੇ ਕਿਉਂਕਿ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ। ਮੈਂ ਸੱਚੇ ਗੁਰਾਂ ਦੀ ਸ਼ਰਣੀ ਪੈ ਗਿਆ ਹਾਂ, ਸੱਚੇ ਗੁਰਾਂ ਦੀ ਸ਼ਰਣੀ ਪਿਆ, ਕਹਿੰਦੇ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ। ਸਾਧ ਸੰਗਤ ਜੀ ਤੁਸੀਂ ਦੇਖੋ, ਅੱਜ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਰਬ ਸਾਂਝੀਵਾਲ ਦਾ ਪ੍ਰਤੀਕ, ਸਰਬ ਸਾਂਝੀਵਾਲਤਾ ਨੂੰ ਉਪਦੇਸ਼ ਦੇ ਰਹੇ ਨੇ। ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਵੀ ਸਤਿਗੁਰੂ ਜੀ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਇਹਨਾਂ ਜੀਵਾਂ ਦੇ ਉੱਤੇ ਕਿਰਪਾ ਕਰੀ, ਇਹਨਾਂ ਨੂੰ ਸਮੱਤ ਬਖਸ਼ੀ। ਸਾਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ,
ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਕਹਿ ਦਿੰਦੇ ਨੇ, ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕੀ ਕਹਿੰਦੇ ਨੇ? ਕਹਿੰਦੇ ਹੇ ਭਾਈ, ਕਹਿੰਦੇ ਹੇ ਜੀਵ, ਕਹਿੰਦੇ ਹੇ ਮਨੁੱਖ ਆਵੋ, ਕਹਿੰਦੇ ਤੁਸੀਂ ਆਓ, ਸਿੱਖ ਸਤ ਗੁਰੂ ਕੇ ਪਿਆਰਿਓ, ਕਹਿੰਦੇ ਗੁਰੂ ਦੇ ਪਿਆਰ ਵਾਲਿਓ, ਹੇ ਗੁਰੂ ਦੇ ਬੱਚਿਓ, ਕਹਿੰਦੇ ਤੁਸੀਂ ਆਵੋ, ਸਿੱਖ ਸਤ ਗੁਰੂ ਕੇ ਪਿਆਰੇ ਹੋ, ਕੀ ਕਰੋ? ਕਹਿੰਦੇ ਗਾਵੋ ਸੱਚੀ ਬਾਣੀ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਭਾਈ ਗੁਰਬਾਣੀ ਨੂੰ ਗਾਵੋ। ਸਤਿਗੁਰੂ ਜੀ ਨੇ ਪਹਿਲਾਂ ਆਪ ਗਾਇਆ ਨਾ। ਸਤਿਗੁਰੂ ਜੀ ਉਪਦੇਸ਼ ਵੀ ਦੇ ਰਹੇ ਨੇ, ਕਹਿੰਦੇ ਆਨੰਦ ਭਇਆ ਮੇਰੀ ਮਾਏ, ਹੇ ਮੇਰੀ ਮਾਂ, ਕਹਿੰਦੇ ਮੇਰੇ ਹਿਰਦੇ ਦੇ ਵਿੱਚ ਨਾ ਕਹਿੰਦੇ ਆਨੰਦ ਦੀ ਪ੍ਰਾਪਤੀ ਹੋਊਗੀ। ਕਹਿੰਦੇ ਜਿਹੜਾ ਮੇਰਾ ਜੀਵਨ ਆ ਨਾ, ਕਹਿੰਦੇ ਇੱਕ ਸੁਚੱਜੇ ਢੰਗ ਵਾਲਾ ਬਣ ਗਿਆ। ਸਤਿਗੁਰੂ ਜੀ ਤਾਂ ਹੀ ਦੂਸਰਿਆਂ ਨੂੰ ਉਪਦੇਸ਼ ਦੇ ਰਹੇ ਨੇ ਨਾ। ਇੱਥੇ ਇਹ ਗੱਲ ਨਹੀਂ ਨਾ ਹੈਗੀ ਸਾਧ ਸੰਗਤ ਜੀ, ਨਹੀਂ ਤਾਂ ਅੱਜ ਕੀ ਹੁੰਦਾ, ਕਹਿੰਦੇ ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਢਾਲਿਆ। ਜੇ ਸਤਿਗੁਰਾਂ ਨੇ, ਗੁਰੂ ਦੇਖੋ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇੰਨੀ ਜੀਵਨ ਦੇ ਵਿੱਚ ਘਾਲੀ ਨਾ, ਤਾਂ ਦੇਖੋ ਤੁਸੀਂ ਉਪਦੇਸ਼ ਅੱਜ ਆਪਣੀ ਮੰਜ਼ਿਲ 'ਤੇ ਪਹੁੰਚੇ ਨਾ। ਦੇਖੋ ਤੁਸੀਂ ਸਰਬ ਸਾਂਝੀ ਵਾਲਤਾ ਨੂੰ ਉਪਦੇਸ਼ ਦੇ ਰਹੇ ਨੇ। ਇੱਥੇ ਦੇਖੋ, ਇੱਥੇ ਇਕੱਲਾ ਮਨੁੱਖ ਨੂੰ ਨਹੀਂ, ਇੱਥੇ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਕਹਿੰਦੇ ਭਾਈ ਇੱਥੇ ਕੋਈ ਸਿੱਖ ਆ ਜੇ, ਈਸਾਈ ਆ ਜੇ, ਮੁਸਲਿਮ ਆ ਜੇ, ਹਿੰਦੂ ਆ ਜੇ, ਕਹਿੰਦੇ ਭਾਈ ਕੋਈ ਵੀ ਖਾਲੀ ਨਹੀਂ ਜਾਏਗਾ, ਸਭ ਝੋਲੀਆਂ ਭਰ ਕੇ ਜਾਣਗੇ। ਪਰ ਕਰਨਾ ਕੀ ਆ? ਕਹਿੰਦੇ ਗਾਵੋ ਸੱਚੀ ਬਾਣੀ। ਫਿਰ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਸਤ ਗੁਰ ਤਾਂ ਪਾਇਆ ਸਹਿਜ ਸੇਤੀ, ਕਹਿੰਦੇ ਹੇ ਮੇਰੀ ਮਾਂ, ਕਹਿੰਦੇ ਮੈਂ ਸਤਿਗੁਰਾਂ ਨੂੰ ਕਹਿੰਦੇ ਸੌਖੇ ਢੰਗ ਨਾਲ ਪਾ ਲਿਆ। ਕਹਿੰਦੇ ਸਹਿਜ ਸੇਤੀ, ਕਹਿੰਦੇ ਸਹਿਜ ਮਤੇ ਹੀ ਪਰਮਾਤਮਾ ਨੂੰ ਪਾ ਲਿਆ। ਕੀ ਹੋਇਆ ਫਿਰ? ਕੀ ਹੋਇਆ? ਕਹਿੰਦੇ ਪਰਮਾਤਮਾ ਨੂੰ ਉੱਪਰ ਪਾ ਕੇ ਮਨ ਵਜੀਆਂ ਵਧਾਈਆਂ, ਕਹਿੰਦੇ ਮੇਰੇ ਮਨ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ ਕਹਿੰਦੇ ਰਾਗ ਗੂੰਜਦੇ ਨੇ। ਸਤਿਗੁਰੂ ਜੀ ਦੀ ਪ੍ਰਸੰਨਤਾ ਕਹਿੰਦੇ ਉਗਰਦੀ ਹੈ ਮੇਰੇ ਅੰਦਰੋਂ, ਕਹਿੰਦੇ ਸਤਿਗੁਰਾਂ ਦੀ ਵਡਿਆਈ ਉਗਰਦੀ ਹੈ। ਕਹਿੰਦੇ ਜਦੋਂ ਮੈਂ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈ, ਕਹਿੰਦੇ ਮੇਰੇ ਅੰਦਰ, ਕਹਿੰਦੇ ਮਨ ਦੇ ਅੰਦਰ ਕਹਿੰਦੇ ਮੈਨੂੰ ਰਾਗ ਭਰੀਆਂ ਕਹਿੰਦੇ ਵਧਾਈਆਂ ਦੇ ਰਹੀਆਂ ਨੇ। ਕਹਿੰਦੇ ਮੈਨੂੰ ਮੇਰੇ ਅੰਦਰ ਕਹਿੰਦੇ ਪ੍ਰਸੰਨਤਾ ਹੋ ਰਹੀ ਹੈ, ਸਤਿਗੁਰੂ ਦੀ ਵਡਿਆਈ ਹੋ ਰਹੀ ਹੈ, ਸਤਿਗੁਰੂ ਜੀ ਦਾ ਸ਼ੁਕਰਾਨਾ, ਸਤਿਗੁਰੂ ਜੀ ਦਾ ਸ਼ੁਕਰਾਨਾ ਨਿਕਲ ਰਿਹਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ। ਗਾਹਲੇ ਪੰਕਤੀਆਂ ਵਿੱਚ ਸਤਿਗੁਰੂ ਜੀ ਕੀ ਕਹਿੰਦੇ ਨੇ? ਰਾਗ ਰਤਨ ਪਰਵਾਰ ਪਰੀਆਂ, ਕਹਿੰਦੇ ਹੀਰੇ ਵਰਗੇ ਰਾਗ ਰਤਨ ਪਰਵਾਰ ਪਰੀਆਂ, ਕਹਿੰਦੇ ਰਾਗ ਰਾਗਣੀਆਂ ਕਹਿੰਦੇ ਗੁਰਬਾਣੀ ਕੀਰਤਨ ਕਰਨ ਆਈਆਂ ਨੇ। ਕਹਿੰਦੇ ਮੇਰੇ ਅੰਦਰ ਕਹਿੰਦੇ ਰਾਗ ਗੂੰਜਦੇ ਨੇ। ਕਹਿੰਦੇ ਸਾਧ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਮਨ ਚਿੱਤ ਲਾ ਕੇ, ਆਪਣੇ ਅੰਦਰ ਕਹਿੰਦੇ ਇੰਨੀ ਸ਼ਾਂਤੀ, ਇੰਨਾ ਖੜਾਅ ਪੈਦਾ ਹੁੰਦਾ ਨਾ ਕਿ ਕਹਿੰਦੇ ਅੰਦਰ ਕਹਿੰਦੇ ਆਪਣੇ ਆਪ ਹੀ ਸਾਜ਼ ਵੱਜਣ ਲੱਗ ਜਾਂਦੇ ਨੇ। ਤੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇਖੋ ਕਿਹਾ ਨਾ, ਕਹਿੰਦੇ ਮਰਦਾਨਿਆਂ ਰਵਾਬ ਛੇੜ, ਗੁਰਬਾਣੀ ਆਈ ਹੈ। ਤੇ ਜਦੋਂ ਕਹਿੰਦੇ ਮਰਦਾਨਾ ਕਹਿੰਦੇ ਗੁਰਬਾਣੀ ਕਹਿੰਦੇ ਗਾਉਣ ਕਰਦਾ ਨਾ, ਤਾਂ ਕਹਿੰਦੇ ਪੰਛੀ ਕਹਿੰਦੇ ਝੂਲਦੇ ਨੇ, ਕਹਿੰਦੇ ਦਰਖਤ ਝੂਲਦੇ ਨੇ, ਪੰਛੀ ਚਲਾਉਂਦੇ ਨੇ। ਕਹਿੰਦੇ ਇੰਨਾ ਆਨੰਦ ਵਰਸਦਾ ਨਾ, ਕਹਿੰਦੇ ਪਾਪੀ ਦੇਖੋ ਤੁਸੀਂ ਸੱਜਣ ਵਰਗੇ ਸਤਿਗੁਰਾਂ ਨੇ ਤਾਰੇ ਨੇ। ਕਹਿੰਦੇ ਉਹ ਗੁਰਬਾਣੀ, ਇਹ ਗੁਰਬਾਣੀ ਨੂੰ ਸੁਣ ਕੇ ਨਾ ਕਹਿੰਦੇ ਸੱਜਣ ਵਰਗੇ ਕਹਿੰਦੇ ਠੱਗ ਕਹਿੰਦੇ ਸੱਜਣ ਬਣ ਸਕਦੇ ਨੇ। ਕਹਿੰਦੇ ਜਿਹੜੇ ਕਹਿੰਦੇ ਇੰਨੀਆਂ ਠੱਗੀਆਂ ਚੋਰੀਆਂ ਕਰਦੇ ਸੀ, ਕਹਿੰਦੇ ਇੰਨੀਆਂ ਬੇਈਮਾਨੀਆਂ ਕਰਦੇ ਸੀ, ਕਹਿੰਦੇ ਉਹ ਸਤਿਗੁਰਾਂ ਨੇ ਸੱਚੇ ਦੋਸਤ ਤੇ ਸੱਚੇ ਸੱਜਣ ਬਣਾ ਤੇ। ਕਹਿੰਦੇ ਭਾਈ ਤੂੰ ਤਾਂ ਮਨੁੱਖੀ ਚੀਜ਼ ਹੈ। ਇੱਦਾਂ ਹੀ ਸਾਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿੰਦੇ ਉੱਪਰੋਂ ਭਾਈ ਪਰੀਆਂ ਆਉਂਦੀਆਂ ਨੇ, ਤਾਂ ਆਪਣੇ ਕਹਿੰਦੇ ਹਿਰਦੇ ਦੇ ਅੰਦਰ ਨਾ ਮਨੁੱਖ ਦੇ ਕਹਿੰਦੇ ਜਦੋਂ ਪਰੀਆਂ ਆਉਂਦੀਆਂ ਨੇ, ਜਦੋਂ ਕਹਿੰਦੇ ਇੱਕ ਮਨ ਚਿੱਤ ਕਹਿੰਦੇ ਗੁਰਬਾਣੀ ਦਾ ਉਚਾਰਨ ਕਰਦਾ ਨਾ, ਤਾਂ ਅੰਦਰ ਕਹਿੰਦੇ ਰਾਗ ਗੂੰਜਦੇ ਨੇ। ਕਹਿੰਦੇ ਸ਼ਬਦ ਤਾਂ ਗਾਵੋ ਹਰੀ ਕੇਰਾ, ਕਹਿੰਦੇ ਭਾਈ ਉਸ ਪ੍ਰਭੂ ਦਾ, ਕਹਿੰਦੇ ਪਰਮਾਤਮਾ ਦਾ ਕਹਿੰਦੇ ਸ਼ਬਦ ਗਾਓ ਹਰੀ ਕੇਰਾ। ਕਹਿੰਦੇ ਮਨ ਜਿਨੀ ਵਸਾਇਆ, ਕਹਿੰਦੇ ਜਿਹੜੇ ਆਪਣੇ ਅੰਦਰ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਵਸਾ ਲਿਆ ਨਾ, ਕਹਿੰਦੇ ਪਰਮਾਤਮਾ ਦੀ ਕਹਿੰਦੇ ਅੰਦਰ ਗੁਰਬਾਣੀ ਗਾਉਂਦੇ ਨਾ, ਕਹਿੰਦੇ ਜਿਨ੍ਹਾਂ ਨੇ ਕਹਿੰਦੇ ਆਪਣੇ ਮਨ ਦੇ ਅੰਦਰ ਕਹਿੰਦੇ ਮਨ ਜਿਨੀ
ਵਸਾਇਆ, ਕਹਿੰਦੇ ਸ਼ਬਦ ਆਪਣੇ ਅੰਦਰ ਵਸਾ ਲਿਆ ਨਾ, ਫਿਰ ਕਹਿੰਦੇ ਨੇ ਕਹਿ ਨਾਨਕ ਆਨੰਦ ਹੋਆ। ਗੁਰੂ ਜੀ ਆਖਦੇ ਨੇ, ਕਹਿੰਦੇ ਫਿਰ ਇੰਨੀ ਖੁਸ਼ੀ ਉਤਪੰਨ ਹੁੰਦੀ ਆ ਨਾ, ਇੰਨਾ ਆਨੰਦ ਖਿੜਦਾ ਨਾ ਅੰਦਰ, ਕਹਿੰਦੇ ਸਤਿਗੁਰੂ ਮੈਂ ਪਾਇਆ। ਕਹਿੰਦੇ ਮੈਂ ਸੱਚੇ ਗੁਰਾਂ ਨੂੰ ਪਾ ਲਿਆ, ਕਹਿੰਦੇ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਕਹਿੰਦੇ ਮੈਂ ਸਤਿਗੁਰਾਂ ਨੂੰ ਪਾ ਕੇ ਨਾ ਮੇਰੇ ਅੰਦਰ ਕਹਿੰਦੇ ਖਿੜਾ, ਮੇਰੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਗਈ। ਕਿੱਦਾਂ ਹੋਊਗੀ? ਕਹਿੰਦੇ ਮੈਂ ਸਤਿਗੁਰੂ ਨੂੰ ਪਾ ਲਿਆ। ਸਤਿਗੁਰਾਂ ਨੂੰ ਤਾਂ ਹੀ ਪਾਇਆ ਨਾ, ਜੇ ਅੰਦਰ ਕਹਿੰਦੇ ਮਨੁੱਖ ਦੇ ਤਾਂਘ ਹੀ ਨਾ ਬਣੀ, ਕਹਿੰਦੇ ਫਿਰ ਸਤਿਗੁਰਾਂ ਨੂੰ ਆਪਾਂ ਕਿਵੇਂ ਪਾ ਸਕਦੇ ਹਾਂ? ਸਭ ਤੋਂ ਪਹਿਲਾਂ ਕਹਿੰਦੇ ਜ਼ਿੰਦਗੀ ਦਾ ਨਾ ਮਨੁੱਖ ਦਾ ਮਨੋਰਥ ਹੋਣਾ ਚਾਹੀਦਾ ਵੀ ਉਹ ਕਰਨਾ ਕੀ ਚਾਹੁੰਦਾ। ਹੁਣ ਜੇ ਮਨੁੱਖ ਸੋਚੇ ਵੀ ਹਾਂ ਮੈਂ ਇੱਦਾਂ ਪਰਮਾਤਮਾ ਨੂੰ ਮਿਲੂੰਗਾ, ਬਟ ਉਹਨੇ ਆਪਣੇ ਅੰਦਰ ਤਾਂਘ ਨਹੀਂ ਨਾ ਪਾਈ, ਇੱਦਾਂ ਪਰਮਾਤਮਾ ਨਾਲ ਮਿਲਾਪ ਨਹੀਂ ਹੋਣਾ। ਸਭ ਤੋਂ ਪਹਿਲਾਂ ਕਹਿੰਦੇ ਆਪਣੇ ਉਸ ਮਨੁੱਖ ਦੇ ਅੰਦਰ ਤਾਂਘ ਹੋਣੀ ਚਾਹੀਦੀ ਉਸ ਪਰਮਾਤਮਾ ਨੂੰ ਮਿਲਣ ਦੀ, ਉਸ ਪਰਮਾਤਮਾ ਨਾਲ ਇਕਮਿਕ ਹੋਣ ਦੀ, ਉਸ ਪਰਮਾਤਮਾ ਨਾਲ ਗੱਲਾਂ ਕਰਨ ਦੀ, ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀ, ਕਹਿੰਦੇ ਤਾਂ ਹੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਸਾਧ ਸੰਗਤ ਜੀ, ਆਪਾਂ ਗੁਰਬਾਣੀ ਪੜ੍ਹਦੇ ਜ਼ਰੂਰ ਆ, ਸੁਣਦੇ ਜ਼ਰੂਰ ਆ, ਪਰ ਕੀ ਹੁੰਦਾ? ਕਹਿੰਦੇ ਅੰਧੇ ਕਬੀਰ ਜੀ ਕਹਿੰਦੇ ਕਹੋ ਕਬੀਰ, ਕਹਿੰਦੇ ਵੀ ਕਹਿੰਦੇ ਉਹ ਤਾਂ ਉਹ ਕਬੀਰ ਜੀ ਉਦਾਹਰਨ ਦਿੰਦੇ ਨੇ, ਕਹਿੰਦੇ ਭਾਈ ਜਿਵੇਂ ਕਹਿੰਦੇ ਬਾਂਸ ਦੇ ਵਿੱਚ ਬਾਜੂ ਬਾਂਸ ਵਸਾਈ ਹੈ ਫੂਕ, ਕਹਿੰਦੇ ਜਿਵੇਂ ਕਹਿੰਦੇ ਭਾਈ ਬਾਂਸ ਦੇ ਵਿੱਚ ਫੂਕ ਮਾਰ ਦਿੰਦੇ ਆ ਨਾ, ਇੱਧਰ ਦੀ ਮਾਰਦੇ ਕਹਿੰਦੇ ਉੱਧਰ ਦੀ ਨਿਕਲ ਜਾਂਦੀ ਹੈ। ਸਾਧ ਸੰਗਤ ਜੀ ਸਾਡਾ ਵੀ ਇਹੀ ਕੰਮ ਹੈ, ਆਪਾਂ ਗੁਰਬਾਣੀ ਪੜ੍ਹਦੇ ਜ਼ਰੂਰ ਆ, ਸੁਣਦੇ ਜ਼ਰੂਰ ਆ, ਬਟ ਕਹਿੰਦੇ ਇੱਧਰ ਦੀ ਪਾਈ ਇੱਧਰ ਦੀ ਕੱਢ ਦਿੱਤੀ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਛੋਟੀ ਜਿਹੀ ਮੈਂ ਤੁਹਾਡੇ ਨਾਲ ਸਾਖੀ ਸਾਂਝੀ ਕਰਦਾ। ਇੱਕ ਪਿੰਡ ਦੇ ਵਿੱਚ ਨਾ ਇੱਕ ਕਵੀ ਆਉਂਦਾ, ਤਾਂ ਉਹ ਕਵੀ ਪਿੰਡ ਦੇ ਵਿੱਚ ਆ ਕੇ ਕੀ ਦੇਖਦਾ? ਉਹ ਦੇਖਦਾ ਵੀ ਪਿੰਡ ਦੇ ਜਿਹੜੇ ਲੋਕ ਨੇ ਨਾ ਉਹ ਬੜੇ ਗਰੀਬ ਨੇ। ਸਾਰੇ ਹੀ ਜਿਹੜਾ ਪਿੰਡ ਹੈ ਜਾਂ ਕਸਬਾ ਕਹਿ ਲਓ, ਪਿੰਡ ਕਹਿ ਲਓ, ਇੱਕੋ ਹੀ ਗੱਲ ਹੈ, ਉਹ ਨਾ ਬੜਾ ਗਰੀਬ ਹੈ ਸਾਰਾ ਹੀ ਪਿੰਡ। ਅਤੇ ਕਵੀ ਤਰਸ ਖਾ ਕੇ ਸਾਰੇ ਪਿੰਡ ਨੂੰ ਇੱਕ ਥਾਵੇਂ ਇਕੱਠੇ ਹੋਣ ਲਈ ਸੰਬੋਧਨ ਕਰਦਾ ਹੈ। ਉਹ ਕਹਿੰਦਾ ਭਾਈ ਕੱਲ੍ਹ ਨੂੰ ਇੰਨੇ ਵਜੇ ਨਾ ਸਾਰੇ ਇੱਥੇ ਇਕੱਠੇ ਹੋ ਜਿਓ, ਵੀ ਆਪਾਂ ਤੁਹਾਡੇ ਪਿੰਡ ਦੀ ਜਿਹੜੀ ਕਹਿੰਦੇ ਗਰੀਬੀ ਹੈ ਨੇ ਆਪਾਂ ਦੂਰ ਕਰਨੀ ਆ। ਅਤੇ ਉਹ ਕੀ ਕਰਦਾ? ਸਵੇਰ ਹੁੰਦੀ ਹੈ, ਅੰਮ੍ਰਿਤ ਵੇਲਾ ਹੁੰਦਾ, ਅਤੇ ਭਾਈ ਥੋੜ੍ਹਾ ਸਮਾਂ ਲੰਘਦਾ, ਸ਼ਾਮ ਪੈ ਜਾਂਦੀ ਹੈ, ਅਤੇ ਕਵੀ ਕੀ ਕਰਦਾ? ਸਾਰੇ ਪਿੰਡ ਨੂੰ ਇਕੱਠਾ ਕਰ ਲੈਂਦਾ, ਅਤੇ ਪਿੰਡ ਨੂੰ ਇਕੱਠਾ ਕਰਕੇ ਇੱਕ ਸੂਝਵਾਨਾਂ ਨੂੰ ਕਹਿੰਦਾ ਕਿ ਭਾਈ ਇੱਕ ਨਕਸ਼ਾ ਆਪਾਂ ਜਿਹੜਾ ਤਿਆਰ ਕਰਨਾ, ਤੁਸੀਂ ਜੋ ਨਕਸ਼ੇ ਦਾ ਕਹਿੰਦੇ ਸਮਾਨ ਮੰਗਵਾ ਲਓ। ਅਤੇ ਉਹ ਨਕਸ਼ੇ ਦਾ ਸਮਾਨ ਮੰਗਵਾਇਆ ਜਾਂਦਾ। ਜਦੋਂ ਨਕਸ਼ੇ ਦਾ ਸਮਾਨ ਮੰਗਵਾਇਆ ਜਾਂਦਾ ਨਾ, ਤਾਂ ਕਵੀ ਜੀ ਨਕਸ਼ਾ ਤਿਆਰ ਕਰ ਰਹੇ ਨੇ, ਨਕਸ਼ਾ ਤਿਆਰ ਹੋ ਜਾਂਦਾ, ਅਤੇ ਕਵੀ ਜੀ ਸਾਰੇ ਪਿੰਡ ਵਾਲਿਆਂ ਨੂੰ, ਕਸਬੇ ਵਾਲਿਆਂ ਨੂੰ ਕਹਿੰਦੇ ਨੇ ਭਾਈ ਇਹ ਮੈਂ ਜੋ ਨਕਸ਼ਾ ਤਿਆਰ ਕੀਤਾ ਨਾ, ਕਹਿੰਦੇ ਇਹ ਹੀਰਿਆਂ ਮੋਤੀਆਂ ਦੀ ਕਹਿੰਦੇ ਖਾਨ ਤੱਕ ਜਾਣ ਦਾ ਰਸਤਾ ਹੈ। ਕਹਿੰਦੇ ਮੈਨੂੰ ਭਾਈ ਮੈਂ ਕਿਤੇ ਕਹਿੰਦੇ ਦੂਰ ਜਾਣਾ, ਮੈਨੂੰ ਬਾਹਰ ਕੰਮ ਆ, ਕਿਤੇ ਮੈਂ ਬਾਹਰ ਜਾਣਾ, ਪਰ ਕਹਿੰਦੇ ਤੁਸੀਂ ਇਸ ਨਕਸ਼ੇ ਦੇ ਕਹਿੰਦੇ ਰਾਸਤੇ ਦੀ ਪੜਚੋਲ ਕਰਕੇ, ਪੜਤਾਲ ਕਰਕੇ ਕਹਿੰਦੇ ਤੁਸੀਂ ਹੀਰਿਆਂ ਮੋਤੀਆਂ ਦੀ ਖਾਨ ਤੱਕ ਪਹੁੰਚਣਾ। ਪਰ ਪਿੰਡ ਵਾਲੇ ਕੀ ਕਰਦੇ ਨੇ ਪਿਆਰੀ ਸਾਧ ਸੰਗਤ ਜੀ? ਦੇਖੋ ਕਹਿੰਦੇ ਅੱਜ ਮਨੁੱਖ ਦਾ ਸਾਡਾ ਵੀ ਇਹੀ ਹਾਲ ਹੈ। ਕਹਿੰਦੇ ਪਿੰਡ ਵਾਲੇ ਕੀ ਕਰਦੇ ਨੇ? ਕਵੀ ਜੀ ਬਾਹਰ ਚਲੇ ਜਾਂਦੇ ਨੇ, ਅਤੇ ਨਾਲ ਹੀ ਉਹ ਨਕਸ਼ੇ ਨੂੰ ਕਹਿੰਦੇ ਲਪੇਟ ਲੈਂਦੇ ਨੇ, ਲਪੇਟ ਕੇ ਨਕਸ਼ੇ ਨੂੰ ਬੰਨ੍ਹ ਦਿੰਦੇ ਨੇ, ਬੰਨ੍ਹ ਕੇ ਕਹਿੰਦੇ ਇੱਕ ਸ਼ੀਸ਼ੇ ਦੇ ਅੰਦਰ ਲਾ ਦਿੰਦੇ ਨੇ, ਅਤੇ ਰੋਜ਼ ਉਸ ਨੂੰ ਪਿੰਡ ਵਾਲੇ ਜਿਹੜਾ ਵੀ ਆਉਂਦਾ ਉਹ ਧੂਫ ਕਰਦਾ, ਕੋਈ ਉਹਨੂੰ ਭੇਟਾ ਚੜ੍ਹਾਉਂਦਾ। ਉਸੇ ਤਰ੍ਹਾਂ ਹੀ ਕਹਿੰਦੇ ਕਿੰਨੇ ਸਾਲ ਗੁਜ਼ਰ ਗਏ, ਅਤੇ ਜਦੋਂ ਸਾਲ ਗੁਜ਼ਰੇ ਨਾ ਤਾਂ ਕਵੀ ਜੀ ਆਏ। ਕਵੀ ਕਹਿੰਦਾ ਜਦੋਂ ਆਏ ਨਾ ਕਵੀ ਜੀ, ਤਾਂ ਕਵੀ ਆਖਦਾ ਵੀ ਹੁਣ ਤਾਂ ਉਹ ਪਿੰਡ ਹੈ ਨਾ ਜਿਹੜਾ ਬੜਾ ਅਮੀਰ ਹੋ ਗਿਆ ਹੋਣਾ, ਕਿਉਂ ਮੈਂ ਉਹਨਾਂ ਨੂੰ ਹੀਰਿਆਂ ਮੋਤੀਆਂ ਦੀ ਖਾਨ ਤੱਕ ਜਾਣ ਦਾ ਮੈਂ ਨਕਸ਼ਾ ਦੇ ਆਇਆ ਸੀ। ਉੱਥੇ ਪਹੁੰਚ ਗਏ ਹੋਣਗੇ, ਉੱਥੇ ਪਹੁੰਚ ਕੇ ਕਹਿੰਦੇ ਉਹਨਾਂ ਨੇ ਹੀਰੇ ਮੋਤੀ ਲਏ ਹੋਣਗੇ, ਅਤੇ ਆਪਣੇ ਕਹਿੰਦੇ ਪਿੰਡ ਨੂੰ ਕਹਿੰਦੇ ਇੱਕ ਸੁਚੱਜਾ, ਇੱਕ ਸੋਹਣਾ ਬਣਾ ਲਿਆ ਹੋਣਾ, ਵਧੀਆ ਬਣਾ ਲਿਆ ਹੋਣਾ। ਅਤੇ ਜਦੋਂ ਕਵੀ ਆਉਂਦਾ ਨਾ, ਤਾਂ ਸਾਧ ਸੰਗਤ ਜੀ ਕੀ ਦੇਖਦਾ? ਨਕਸ਼ਾ ਇੱਕ ਸ਼ੀਸ਼ੇ ਦੇ ਵਿੱਚ ਜੜਿਆ ਪਿਆ। ਉਸੇ ਤਰ੍ਹਾਂ ਸਾਧ ਸੰਗਤ ਜੀ ਸਾਡਾ ਕੰਮ ਹੈ, ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ, ਗੁਰੂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਾਨੂੰ ਖਜ਼ਾਨਾ ਦੇ ਗਏ। ਕੀ ਖਜ਼ਾਨਾ ਦੇ ਗਏ? ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾ ਗਏ। ਕਹਿੰਦੇ ਹੇ ਮਨੁੱਖ, ਹੇ ਜੀਵ, ਹੇ ਮਾਈ ਭਾਈ, ਮੇਰੇ ਵੀਰ ਭੈਣੋ, ਕਹਿੰਦੇ ਭਾਈ ਜੇ ਤੁਸੀਂ ਕਹਿੰਦੇ ਨਾ ਵੀ ਪਰਮਾਤਮਾ ਨੂੰ ਮਿਲਣਾ, ਤਾਂ ਕਹਿੰਦੇ ਤੁਹਾਨੂੰ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਮਾਰਗ ਆ ਨਾ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦਰਜ ਕਰ ਚੱਲਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਾਨੂੰ ਫਰਮਾ ਕੇ ਗਏ ਸੀ, ਕਹਿੰਦੇ ਭਾਈ ਤੁਸੀਂ ਗੁਰਬਾਣੀ ਪੜ੍ਹਨੀ, ਸਮਝਣੀ,
ਅਮਲ ਕਰਨਾ ਤੇ ਹੋਰਾਂ ਨੂੰ ਪੜ੍ਹਾਉਣੀ। ਕਹਿੰਦੇ ਜਦੋਂ ਤੁਸੀਂ ਅਮਲ ਕਰੋਗੇ ਨਾ, ਕਹਿੰਦੇ ਤੁਸੀਂ ਕਹਿੰਦੇ ਉਸ ਪਰਮਾਤਮਾ ਤੱਕ ਪਹੁੰਚ ਜਾਵੋਗੇ। ਪਰ ਸਾਡਾ ਕੀ ਕੰਮ ਹੈ ਸਾਧ ਸੰਗਤ ਜੀ? ਉਸ ਕਵੀ ਵਾਲਾ ਕੰਮ ਹੈ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਸੇ ਪਾਤਸ਼ਾਹੀਆਂ ਦੀ ਜੋਤ ਜੋ ਸਾਨੂੰ ਖਜ਼ਾਨਾ ਦੇ ਗਈ ਹੈ। ਪਰ ਕੀ ਹੁੰਦਾ ਸਾਧ ਸੰਗਤ ਜੀ, ਬਾਬਾ ਜੀ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਕਰ ਲੈਂਦੇ ਨੇ ਤੇ ਰਾਤਰੀ ਵੇਲੇ ਕਹਿੰਦੇ ਜੋ ਸੁਖਾਸਨਾਂ ਦੀ ਸੇਵਾ ਹੋ ਜਾਂਦੀ ਹੈ, ਸਤਿਗੁਰੂ ਜੀ ਨੂੰ ਚਿੱਟੇ ਵਸਤਰਾਂ ਦੇ ਵਿੱਚ ਲਪੇਟ ਕੇ ਕਹਿੰਦੇ ਸੱਚਖੰਡ ਵਿਖੇ ਵਿਰਾਜਮਾਨ ਕੀਤਾ ਜਾਂਦਾ। ਸਾਧ ਸੰਗਤ ਜੀ, ਕੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਿਰਫ ਮਹਾਰਾਜ ਜੀ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਸੱਚਖੰਡ ਤੱਕ ਸਾਨੂੰ ਜਾਣ ਦਾ ਉਹ ਦੱਸ ਗਏ ਸੀ? ਸਾਧ ਸੰਗਤ ਜੀ, ਗੁਰਬਾਣੀ ਪੜ੍ਹੋ, ਹੋਰਾਂ ਨੂੰ ਪੜ੍ਹਾਓ, ਆਪਣੇ ਜੀਵਨ ਦੇ ਵਿੱਚ ਲੈ ਕੇ ਆਓ। ਜਦੋਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਨਾ, ਤਾਂ ਐਟੋਮੈਟਿਕਲੀ ਸਾਡਾ ਜਿਹੜਾ ਜੀਵਨ ਹੈ ਨਾ, ਉਹ ਸੁਚੱਜਾ ਬਣ ਜਾਣਾ। ਸਾਡਾ ਆਨੰਦ ਇੰਨਾ ਬਣ ਜਾਣਾ ਨਾ, ਕਹਿੰਦੇ ਸਾਨੂੰ ਸਤਿਗੁਰੂ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਹਿੰਦੇ ਜੋ ਤੂੰ ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਸਤਿਗੁਰੂ ਜੀ ਕਹਿੰਦੇ ਭਾਈ ਲੋਕ ਦੀ ਤਾਂ ਗੱਲ ਛੱਡੋ, ਸਤਿਗੁਰੂ ਜੀ ਕਹਿੰਦੇ ਇਹਾਂ ਉਹਾਂ ਸੱਚ ਹੋਵੈ। ਲੋਕ ਪ੍ਰਲੋਕ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਲੋਕ ਤੇ ਪ੍ਰਲੋਕ ਸਤਿਗੁਰੂ ਜੀ ਉਸ ਮਨੁੱਖ ਦਾ ਸਵਾਰ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਤੂੰ ਮੰਗ ਕੇ ਤਾਂ ਦੇਖ, ਮੰਗਣਾ ਮੰਗਣ ਨੀਕਾ। ਕਹਿੰਦੇ ਕੀ ਮੰਗਣਾ ਗੁਰ ਤੋਂ? ਹਰ ਜਸ ਗੁਰ ਤੇ ਮੰਗਣਾ। ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਹਿੰਦੇ ਭਾਈ ਤੂੰ ਉਸ ਪਰਮਾਤਮਾ ਤੋਂ ਮੰਗ ਕੇ ਤਾਂ ਦੇਖ ਕੀ ਮੰਗਦਾ। ਕਹਿੰਦੇ ਸੋਈ ਸੋਈ ਦੇਵੈ। ਕਹਿੰਦੇ ਜਿਹੜੀ ਤੂੰ ਵਸਤੂ ਉਸ ਪਰਮਾਤਮਾ ਤੋਂ ਮੰਗੇਗਾ ਨਾ, ਪਰਮਾਤਮਾ ਤੈਨੂੰ ਉਹ ਵਸਤੂ ਦਊਗਾ। ਸਤਿਗੁਰੂ ਜੀ ਪ੍ਰਤੱਖ ਨੇ। ਸਤਿਗੁਰੂ ਜੀ ਕਹਿੰਦੇ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਛ ਆਗਿਆ ਕੀਚੈ ਅਰਦਾਸ। ਉਸ ਪਰਮਾਤਮਾ ਅੱਗੇ ਅਰਦਾਸ ਜੋਦੜੀ ਕਰਨੀ ਚਾਹੀਦੀ ਹੈ, ਉਹ ਤਾਂ ਬਿਨਾਂ ਬੋਲਿਆ ਹੀ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਗੁਰੂ ਦੀ ਸ਼ਰਨ ਹੀ ਆਉਣਾ ਨਾ, ਮਨ ਦੇ ਵਿੱਚ ਧਾਰਨ ਕਰ ਲੈ ਤੈਨੂੰ ਕੀ ਚਾਹੀਦਾ। ਸਤਿਗੁਰੂ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਹੇ ਮਨੁੱਖ ਤੂੰ ਮਨ ਦੇ ਵਿੱਚ ਧਾਰਨ ਕਰ ਲੈ ਤੈਨੂੰ ਕੀ ਚਾਹੀਦਾ। ਕਹਿੰਦੇ ਜਦੋਂ ਤੂੰ ਗੁਰੂ ਦੀ ਹਜ਼ੂਰੀ ਜਾਣਾ ਨਾ, ਗੁਰੂ ਦੇ ਸਨਮੁਖ ਜਾਣਾ, ਗੁਰੂ ਦੇ ਸਾਹਮਣੇ ਖਲੋ ਲੈਣਾ ਨਾ, ਸਤਿਗੁਰੂ ਜੀ ਤਾਂ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ। ਕਹਿੰਦੇ ਜਦੋਂ ਭਾਈ ਤੂੰ ਮਨੁੱਖ ਕਹਿੰਦੇ ਤੂੰ ਘਰੋਂ ਤੁਰਦਾ ਨਾ, ਤਾਂ ਸਤਿਗੁਰੂ ਜੀ ਤੇਰੇ ਕਹਿੰਦੇ ਕਰੋੜਾਂ ਕਰਮ ਕਹਿੰਦੇ ਅੱਗੇ ਹੁੰਦੇ ਨੇ। ਸਤਿਗੁਰੂ ਜੀ ਤੇਰੀ ਹਰ ਪ੍ਰਕਾਰ ਰੱਖਿਆ ਕਰਦੇ ਨੇ, ਤੈਨੂੰ ਕਿਸੇ ਵੀ ਪ੍ਰਕਾਰ ਦੀ ਆਂਚ ਨਹੀਂ ਆਉਣ ਦਿੰਦੇ। ਸਤਿਗੁਰੂ ਜੀ ਕਹਿੰਦੇ ਉਹ ਤਾਂ ਭਾਈ ਬਿਨਾਂ ਬੋਲਿਆਂ ਸਭ ਕੁਝ ਜਾਣਦਾ। ਕੌਣ ਜਾਣਦਾ? ਕੌਣ ਜਾਣਦਾ? ਕਹਿੰਦੇ ਤਿਸ ਆਗੈ ਕੀਚੈ ਅਰਦਾਸ। ਕਹਿੰਦੇ ਕਿਹਦੇ ਅੱਗੇ ਅਰਦਾਸਾਂ ਕਰਨੀਆਂ ਭਾਈ? ਉਹ ਤਾਂ ਕਹਿੰਦੇ ਸਭ ਕੁਝ ਜਾਣਦਾ ਤੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਗੁਰੂ ਦੇ ਘਰ ਦੇਰ ਹੋ ਸਕਦੀ ਹੈ, ਕਹਿੰਦੇ ਹਨੇਰ ਹੋ ਸਕਦੀ, ਕਦੇ ਵੀ ਦੇਰ ਨਹੀਂ ਹੋ ਸਕਦੀ। ਸਤਿਗੁਰੂ ਜੀ ਪ੍ਰਤੱਖ ਨੇ। ਹੇ ਮਨੁੱਖ ਤੂੰ ਮੰਗ ਕੇ ਤਾਂ ਦੇਖ, ਗੁਰੂ ਤੋਂ ਮੰਗਦਾ ਕੀ ਆ? ਕਹਿੰਦੇ ਤੈਨੂੰ ਪ੍ਰਤੱਖ ਮਿਲੂਗਾ। ਸੋ ਸਤਿਗੁਰੂ ਜੀ ਨੇ ਦੇਖੋ ਕਿੰਨੀ ਆਨੰਦਮਈ ਬਾਣੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਫਰਮਾਈ ਹੈ, ਆਪਣੇ ਮੁਖ ਤੋਂ ਬਚਨ ਉਚਾਰੇ ਨੇ। ਦੇਖੋ ਕਹਿੰਦੇ ਹੇ ਮੇਰੀ ਮਾਂ, ਕਹਿੰਦੇ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਉਸ ਪਰਮਾਤਮਾ ਅੱਗੇ ਆਪਣੀ ਮਾਂ ਨੂੰ ਸੰਬੋਧਨ ਕਰਕੇ, ਉਸ ਪਰਮਾਤਮਾ ਨੂੰ ਸੰਬੋਧਨ ਕਰਕੇ ਆਪਣੀ ਮਾਂ ਨੂੰ ਦੱਸਦੇ ਨੇ। ਕਹਿੰਦੇ ਮੇਰੀ ਮਾਂ, ਕਹਿੰਦੇ ਆਨੰਦ ਭਇਆ ਮੇਰੀ ਮਾਏ, ਕਹਿੰਦੇ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ। ਕਹਿੰਦੇ ਕਿਉਂ ਹੋ ਗਈ? ਕਿਉਂਕਿ ਮੈਂ ਸਤਿਗੁਰੂ ਨੂੰ ਪਾ ਲਿਆ, ਸਤਿਗੁਰੂ ਮੈਂ ਪਾਇਆ। ਕਹਿੰਦੇ ਜਦੋਂ ਭਾਈ ਸਤਿਗੁਰ ਪਾ ਲਿਆ, ਕਹਿੰਦੇ ਸਾਰਾ ਕੁਛ ਹੀ ਮਿਲ ਗਿਆ। ਮਨੁੱਖ ਦਾ ਕੰਮ ਵੀ ਇਹੀ ਹੈ, ਉਹ ਜਾਂਦਾ ਕਿਤੇ ਹੋਰ ਹੈ ਪਰ ਭਾਲਦਾ ਕੀ ਆ? ਗੁਰੂ ਤੋਂ। ਕਹਿੰਦੇ ਭਾਈ ਤੂੰ ਗੁਰੂ ਦੇ ਸਨਮੁਖ ਹੋ ਕੇ ਤਾਂ ਦੇਖ, ਮੇਰਾ ਗੁਰੂ ਤਾਂ ਪ੍ਰਤੱਖ ਹੈ, ਮੇਰਾ ਗੁਰੂ ਨਾਨਕ ਪ੍ਰਤੱਖ ਹੈ। ਉਹ ਭਾਈ ਸਭ ਕੁਛ ਜਾਣਦਾ, ਤੈਨੂੰ ਕੀ ਦੇਣਾ ਕੀ ਨਹੀਂ ਦੇਣਾ। ਸਾਧ ਸੰਗਤ ਜੀ ਥੋੜ੍ਹੀ ਜਿਹੀ ਦੇਰ ਲੱਗ ਸਕਦੀ ਹੈ, ਪਰ ਇੱਕ ਗੱਲ ਯਾਦ ਰੱਖਿਓ, ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸੇਵਕ ਦੀ ਹਰ ਪ੍ਰਕਾਰ ਰੱਖਿਆ ਕਰਦੇ ਨੇ। ਫਿਰ ਸਤਿਗੁਰੂ ਜੀ ਕੀ ਕਹਿੰਦੇ? ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਾਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸਾਚੇ। ਕਹਿੰਦੇ ਭਾਈ ਜਿੱਥੇ ਜਿੱਥੇ ਕਹਿੰਦੇ ਤੇਰਾ ਦਾਣਾ ਪਾਣੀ ਲਿਖਿਆ ਨਾ, ਉੱਥੇ ਤੈਨੂੰ ਜਾਣਾ ਹੀ ਪੈਣਾ। ਹਰ ਪ੍ਰਕਾਰ ਸਤਿਗੁਰੂ ਜੀ ਤੇਰੀ ਰੱਖਿਆ ਕਰਨਗੇ। ਰੱਖਿਆ ਤੇਰੀ ਤਾਂ ਹੀ ਕਰਨਗੇ ਜੇ ਤੂੰ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਏਂਗਾ, ਉਸ ਪਰਮਾਤਮਾ ਨੂੰ ਨਮਸਕਾਰਾਂ ਕਰੇਂਗਾ, ਉਸ ਪਰਮਾਤਮਾ ਦਾ ਬਣ ਜਾ। ਸਤਿਗੁਰੂ ਜੀ ਆਪਾਂ ਪੜ੍ਹ ਵੀ ਲਈਏ ਨਾ,
ਕਹਿੰਦੇ ਸਭ ਦਾ ਹੋ ਕੇ ਦੇਖ ਲਿਆ, ਮੈਂ ਸਭ ਦਾ ਹੋ ਕੇ ਦੇਖ ਲਿਆ। ਸਤਿਗੁਰੂ ਜੀ ਕੀ ਕਹਿੰਦੇ? ਕਹਿੰਦੇ ਹੇ ਮਨੁੱਖ, ਤੂੰ ਉਸ ਪ੍ਰਮਾਤਮਾ ਅੱਗੇ ਜੋਦੜੀਆਂ ਕਰਕੇ ਤਾਂ ਦੇਖ, ਕਹਿੰਦੇ ਸਭ ਦਾ ਹੋ ਕੇ ਦੇਖ ਲਿਆ, ਪਰ ਕਿਹਦਾ ਹੋਣਾ? ਇੱਕ ਤੇਰਾ ਹੋਣਾ ਬਾਕੀ ਏ, ਇੱਕ ਤੇਰਾ ਹੋਣਾ ਬਾਕੀ ਏ। ਕਹਿੰਦੇ ਤੂੰ ਸਭ ਦਾ ਹੋ ਲਿਆ, ਪਰ ਕਹਿੰਦੇ ਹੋਣਾ ਬਾਕੀ ਕਿਹਦਾ? ਉਸ ਪਰਮਾਤਮਾ ਦਾ। ਕਹਿੰਦੇ ਉਸ ਪਰਮਾਤਮਾ ਦਾ ਬਣ ਕੇ ਤਾਂ ਦੇਖ ਤੂੰ। ਹੇ ਮਨੁੱਖ, ਤੂੰ ਚਾਹੁੰਦਾ ਨਾ ਮੇਰਾ ਜੀਵਨ ਆਨੰਦਿਤ ਹੋਵੇ, ਮੇਰੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਆਉਣ, ਕਹਿੰਦੇ ਭਾਈ ਬਸ ਸਿਰਫ ਇੱਕ ਕੰਮ ਕਰ ਲਾ, ਕਹਿੰਦੇ ਉਸ ਪਰਮਾਤਮਾ ਦੀ ਗੁਰਬਾਣੀ ਪੜ੍ਹਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਕਰ। ਕਹਿੰਦੇ ਜਦੋਂ ਤੂੰ ਉਸ ਪਰਮਾਤਮਾ ਨੂੰ, ਪਰਿਪੂਰਨ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣੇਗਾ ਨਾ, ਕਹਿੰਦੇ ਫਿਰ ਦੇਖੀ ਤੇਰੇ ਜੀਵਨ ਦਾ ਕਹਿੰਦੇ ਖੜਾਅ ਬਣਦਾ। ਕਹਿੰਦੇ ਜੀਵਨ ਦੇ ਵਿੱਚ ਇੰਨਾ ਆਨੰਦ ਆ ਜਾਂਦਾ ਨਾ, ਕਹਿੰਦੇ ਮਨੁੱਖ ਕੋਲ ਇੰਨੀਆਂ ਵਸਤੂਆਂ ਆ ਜਾਂਦੀਆਂ ਨੇ, ਕਹਿੰਦੇ ਉਹ ਕਹਿੰਦੇ ਧਰ ਭੁੱਲਦਾ, ਕਹਿੰਦੇ ਪਤਾ ਹੀ ਨਹੀਂ ਸਤਿਗੁਰੂ ਜੀ ਕੀ ਦੇ ਦੇਣ। ਸਭ ਤੋਂ ਪਹਿਲਾਂ ਦੇਖੋ ਸਤਿਗੁਰੂ ਜੀ ਨੇ ਆਪਾਂ ਨੂੰ ਕਿੰਨਾ ਸੋਹਣਾ ਸੁਨੱਖਾ ਸਰੀਰ ਦਿੱਤਾ, ਜ਼ੁਬਾਨ ਦਿੱਤੀ ਹੈ, ਪਰ ਕਹਿੰਦੇ ਇਹ ਜ਼ੁਬਾਨ ਕਹਿੰਦੇ ਤਾਂ ਹੀ ਕਹਿੰਦੇ ਤੇਰੇ ਕੰਮ ਦੀ ਹੈ, ਕਹਿੰਦੇ ਜੇ ਤੂੰ ਉਸ ਪਰਮਾਤਮਾ ਦਾ ਨਾਮ ਜਪੇਗਾ। ਕਹਿੰਦੇ ਸਾਹ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਕਹਿੰਦੇ ਹੇ ਮਾਲਕ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਹਿੰਦੇ ਉਹ ਰਸਨਾ ਧਨ ਹੈ, ਕਿਹੜੀ? ਸਾਹ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਜਪੇ ਰੇ ਰਾਮ। ਕਹਿੰਦੇ ਜਿਹੜੀ ਕਹਿੰਦੇ ਹਰ ਵੇਲੇ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਦੀ ਹੈ, ਕਹਿੰਦੇ ਉਹ ਰਸਨਾ ਨੂੰ ਧਨ ਕਿਹਾ ਗਿਆ, ਜਿਹੜੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਹੈ, ਪਰਮਾਤਮਾ ਦੀ ਵਡਿਆਈ ਕਰਦੀ ਹੈ, ਪਰਮਾਤਮਾ ਦੇ ਗੁਣ ਗਾਉਂਦੀ ਹੈ। ਪਰ ਇੱਦਾਂ ਦੀ ਰਸਨਾ ਨੂੰ ਸਤਿਗੁਰੂ ਜੀ ਕਹਿੰਦੇ ਆਪਣੇ ਜੀਵਨ ਦੇ ਵਿੱਚ ਧਾਰਨ ਨਾ ਕਰ ਲਈ, ਜਿਹੜੀ ਕਹਿੰਦੇ ਕਿਸੇ ਦੀ ਨਿੰਦਿਆ ਚੁਗਲੀ ਕਰੇ, ਕਿਸੇ ਦੀ ਈਰਖਾ, ਕਿਸੇ ਦੀ ਦਵੈਸ਼, ਕਿਸੇ ਲਈ ਕਹਿੰਦੇ ਮਾੜਾ ਵਚਨ ਬੋਲੇ। ਕਹਿੰਦੇ ਭਾਈ ਕਦੇ ਵੀ ਕਿਸੇ ਦਾ ਮਾੜਾ ਕਰਨ ਬਾਰੇ ਕਹਿੰਦੇ ਕਦੇ ਸੋਚਣਾ ਵੀ ਨਹੀਂ। ਕਹਿੰਦੇ ਸਤਿਗੁਰੂ ਜੀ ਕੀ ਕਹਿੰਦੇ? ਪਰ ਕਾ ਬੁਰਾ ਨਾ ਰਾਖੋ ਚੀਤ। ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਭਾਈ ਕਿਸੇ ਦਾ ਕਹਿੰਦੇ ਬੁਰਾ ਕਹਿੰਦੇ ਕਰਨ ਨਾ ਚਿੱਤ ਦੇ ਵਿੱਚ ਵੀ ਨਾ ਕਹਿੰਦੇ ਸੋਚ ਵੀ ਨਾ ਲਈ, ਕਹਿੰਦੇ ਮਨ ਦੇ ਵਿੱਚ। ਫਿਰ ਕਹਿੰਦੇ ਜੇ ਤੂੰ ਬੁਰਾ ਨਹੀਂ ਸੋਚੇਗਾ ਕਹਿੰਦੇ ਫਿਰ ਕੀ ਹੋਊਗਾ? ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਹੇ ਮੇਰੇ ਭਾਈ, ਹੇ ਮੇਰੇ ਵੀਰ, ਕਹਿੰਦੇ ਜੇ ਤੂੰ ਕਿਸੇ ਦਾ ਕਹਿੰਦੇ ਮਾੜਾ ਨਹੀਂ ਨਾ ਸੋਚੇਗਾ, ਕਿਸੇ ਦਾ ਚਿੱਤ ਦੇ ਵਿੱਚ ਕਹਿੰਦੇ ਬੁਰਾ ਨਹੀਂ ਨਾ ਕਰੇਗਾ, ਕਹਿੰਦੇ ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਤੈਨੂੰ ਕਿਸੇ ਦੁੱਖ ਵੀ ਕਹਿੰਦੇ ਤੈਨੂੰ ਆਂਚ ਨਹੀਂ ਪਰਮਾਤਮਾ ਦੀ ਆਉਣ ਦੇਣਗੇ। ਹਰ ਵੇਲੇ ਪਰਮਾਤਮਾ ਤੇਰੀ ਸਹਾਇਤਾ ਕਰਨਗੇ। ਪਰਮਾਤਮਾ ਸਹਾਇਤਾ ਤਾਂ ਹੀ ਕਰਨਗੇ ਜੇ ਆਪਾਂ ਕਿਸੇ ਦਾ ਬੁਰਾ ਨਹੀਂ ਚਿਤਵਾਂਗੇ। ਜੇ ਸਾਧ ਸੰਗਤ ਜੀ ਦੇਖੋ ਤੁਸੀਂ ਅੱਜ ਦਾ ਜਿਹੜਾ ਸਮਾਂ ਇੰਨਾ ਮਾੜਾ ਆ ਗਿਆ ਨਾ, ਸਾਧ ਸੰਗਤ ਜੀ ਜੇ ਕੋਈ ਚੰਗਾ ਕੰਮ ਕਰਦਾ ਨਾ, ਆਪਾਂ ਨੂੰ ਉਸ ਦਾ ਕਹਿੰਦੇ ਮਨੁੱਖ ਨੂੰ ਕਹਿੰਦੇ ਉਹਦਾ ਚੰਗਾ ਕੰਮ ਵੀ ਕਹਿੰਦੇ ਉਹਦੀ ਚੰਗਿਆਈਆਂ ਵੀ ਕਹਿੰਦੇ ਪਸੰਦ ਨਹੀਂ ਆਉਂਦੀਆਂ। ਮਾੜੀਆਂ ਤਾਂ ਚਲੋ ਗੱਲਾਂ ਆਉਣੀਆਂ ਪਸੰਦ ਕੀ ਨੇ, ਜੇ ਕੋਈ ਚੰਗਾ ਕਰਮ ਵੀ ਲੱਗ ਜੇ ਨਾ, ਕਹਿੰਦੇ ਉਹ ਵੀ ਨਹੀਂ ਉਹਨੂੰ ਪਸੰਦ ਆਉਂਦਾ। ਇੰਨੀ ਜਰਸੀ ਕਰਦਾ ਨਾ ਮਨੁੱਖ ਇੱਕ ਦੂਸਰੇ ਤੋਂ। ਹਾਂ ਉਹ ਸੋਚਦਾ ਵੀ ਹਾਂ ਇਹ ਮੇਰੇ ਤੋਂ ਅੱਗੇ ਨਾ ਕਿਤੇ ਲੰਘ ਜਾਵੇ, ਦੇਖੇ ਕਿਤੇ ਇਹ ਮੈਨੂੰ ਕਿਤੇ ਪਿੱਛੇ ਨਾ ਛੱਡ ਜਾਵੇ। ਸਾਧ ਸੰਗਤ ਜੀ ਆਪਾਂ ਤਕਰੀਬਨ ਕਈ ਵਾਰੀ ਸੁਣੀਏ ਨਾ, ਕਹਿੰਦੇ ਭਾਈ ਕਹਿੰਦੇ ਕਿਸੇ ਦੀ ਕਹਿੰਦੇ ਕੁੱਲੀ ਦੇ ਕੇ ਆਪਣੀ ਕੁੱਲੀ ਨਹੀਂ ਢਾਉਣੀ ਚਾਹੀਦੀ। ਇਸੇ ਤਰ੍ਹਾਂ ਸਾਨੂੰ ਸਾਧ ਸੰਗਤ ਜੀ ਪਰਮਾਤਮਾ ਦੀ ਸਮਝਾਉਂਦੇ ਨੇ, ਕਹਿੰਦੇ ਭਾਈ ਤੂੰ ਕਿਸੇ ਨੂੰ ਦੇਖ ਕੇ ਨਾ ਇਹ ਨਾ ਸੋਚਿਆ ਕਰ ਵੀ ਉਹਦੇ ਕੋਲ ਇੰਨਾ ਸਮਾਂ ਤੋਂ ਸ਼ੁਕਰਾਨਾ ਕਰਿਆ ਕਰ ਵੀ ਇਹ ਸੱਚੇ ਪਾਤਸ਼ਾਹ ਜੋ ਪਲ ਲੰਘ ਰਿਹਾ, ਜੋ ਸਮਾਂ ਲੰਘ ਰਿਹਾ, ਸੱਚੇ ਪਾਤਸ਼ਾਹ ਆਪ ਜੀ ਦੀ ਰਜ਼ਾ ਅਨੁਸਾਰ ਲੰਘੇ। ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਰਜ਼ਾ ਮੁਤਾਬਕ ਜ਼ਿੰਦਗੀ ਬਤੀਤ ਕਰਾਂ, ਆਪ ਜੀ ਦੇ ਹੁਕਮ ਅੰਦਰ ਰਵਾਂ। ਜਦੋਂ ਆਪਾਂ ਇਹ ਅਰਦਾਸਾਂ ਕਰਾਂਗੇ ਨਾ ਤਾਂ ਸਤਿਗੁਰੂ ਜੀ ਪ੍ਰਤੱਖ ਨੇ। ਸਾਧ ਸੰਗਤ ਜੀ ਸੁਣਦੇ ਜ਼ਰੂਰ ਨੇ ਪਰਮਾਤਮਾ ਜੀ, ਸਿਰਫ ਦੇਰ ਲੱਗ ਸਕਦੀ ਹੈ। ਥੋੜ੍ਹਾ ਸਮਾਂ ਪੈ ਕੇ ਜਦੋਂ ਤੁਸੀਂ ਦੇਖੋਗੇ ਨਾ, ਐਟੋਮੈਟਿਕਲੀ ਕਹਿੰਦੇ ਆਪ ਜੀ ਦੀਆਂ ਜਿਹੜੀਆਂ ਇੱਛਾਵਾਂ ਨੇ, ਮਨ ਦੀਆਂ ਭਾਵਨਾਵਾਂ ਨੇ, ਉਹ ਜਿਹੜੀਆਂ ਕਹਿੰਦੇ ਸ਼ੁਭ ਕਾਮਨਾਵਾਂ ਨੇ, ਕਹਿੰਦੇ ਉਹ ਪੂਰੀਆਂ ਹੋਣ ਲੱਗ ਜਾਣੀਆਂ ਨੇ। ਆਹ ਦੇਖੋ ਤੁਸੀਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇਖੋ ਤੁਸੀਂ, ਇਹਨਾਂ ਨੇ ਉਹ ਮੰਜ਼ਿਲ ਤਾਂ ਕਹਿੰਦੇ ਤਾਂਘ ਸੀ ਨਾ ਅੰਦਰ, ਕਹਿੰਦੇ ਦੇਖੋ ਜਿਹੜਾ ਪਰਿਵਾਰ ਸੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੇ ਕਹਿੰਦੇ ਉਹ ਤਾਂ ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ ਸੀ, ਪਰ ਦੇਖੋ ਤੁਸੀਂ ਇਹਨਾਂ ਦੀ ਕਹਿੰਦੇ ਇੱਕ ਇਹਨਾਂ ਦੇ ਅੰਦਰ ਤਾਂਘ ਸੀ ਪਰਮਾਤਮਾ ਨੂੰ ਮਿਲਣ ਦੀ। ਦੇਖੋ ਤੁਸੀਂ ਕਿੰਨੀ ਘਾਲ ਕਮਾਈ ਕਹਿੰਦੇ ਇਹਨਾਂ ਨੇ ਘਾਲੀ ਆ। ਜੇ ਅੱਜ ਘਾਲ ਕਮਾਈ ਘਾਲੀ ਆ ਨਾ, ਤਾਂ ਹੀ ਦੇਖੋ ਤੁਸੀਂ ਸਰਬ ਕਹਿੰਦੇ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਸਰਬ ਸਾਂਝੀਵਾਲ ਦਾ ਪ੍ਰਤੀਕ ਸਤਿਗੁਰੂ ਜੀ ਦੇਖੋ ਆਪਾਂ ਨੂੰ ਉਪਦੇਸ਼ ਦੇ ਰਹੇ ਨੇ। ਦੇਖੋ ਤੁਸੀਂ ਗੁਰਬਾਣੀ ਜੋ ਕਿ ਤਕਰੀਬਨ ਮੈਨੂੰ ਲੱਗਦਾ ਹਰ ਰੋਜ਼ ਹੀ ਹਰ ਮਨੁੱਖ ਪੜ੍ਹਦਾ ਹੀ ਹੈ, ਕਿ ਉਹ ਗੁਰਬਾਣੀ ਬਹੁਤ ਹੀ ਸਰਲ ਹੈ, ਬਹੁਤ ਹੀ ਸੌਖੀ ਹੈ। ਸਤਿਗੁਰੂ ਜੀ ਕਹਿੰਦੇ
ਭਾਈ ਆਨੰਦ ਦੀ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ। ਸੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਤਾਂ ਭਾਈ ਪਾ ਲਿਆ ਉਸ ਪਰਮਾਤਮਾ ਨੂੰ, ਕਹਿੰਦੇ ਆਨੰਦ ਪਿਆ ਮੇਰੀ ਮਾਏ। ਆਪਣੀ ਮਾਂ ਨੂੰ ਦੱਸ ਰਹੇ ਨੇ, ਕਹਿੰਦੇ ਮੇਰੀ ਮਾਂ ਮੈਂ ਤਾਂ ਕਹਿੰਦੇ ਉਸ ਪਰਮਾਤਮਾ ਨੂੰ ਪਾ ਲਿਆ, ਪਰ ਹੁਣ ਕਹਿੰਦੇ ਤੁਸੀਂ ਦੇਖੋ ਪਾਉਣਾ ਜਾਂ ਨਹੀਂ। ਕਹਿੰਦੇ ਮਨੁੱਖ ਤਾਂ ਭਾਈ ਸੁਣਦੇ ਜ਼ਰੂਰ ਆ, ਪਰ ਸੁਣਨਾ ਨਹੀਂ। ਸਾਧ ਸੰਗਤ ਜੀ, ਪਿਆਰੀ ਸਾਧ ਸੰਗਤ ਜੀ, ਇਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ, ਅਮਲ ਕਰਨਾ, ਗੁਰਬਾਣੀ ਨੂੰ ਸਮਝਣਾ। ਜੇ ਕਿਤੇ ਸਾਧ ਸੰਗਤ ਜੀ ਸਾਡੇ ਸਿਰਫ ਇੱਕ ਗੱਲ ਸਮਝ ਦੇ ਵਿੱਚ ਆ ਜਾਵੇ ਨਾ, ਵੀ ਇੱਕ ਗੱਲ ਕਿਹੜੀ ਆ, ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਹ ਫਰਮਾਉਂਦੇ ਨੇ, ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਕਹਿੰਦੇ ਮਨੁੱਖ ਨੂੰ ਇੰਨਾ ਹੀ ਪਤਾ ਲੱਗ ਜੇ ਨਾ ਵੀ ਪਰਮਾਤਮਾ ਇੱਕ ਹੈ, ਕਹਿੰਦੇ ਜੋ ਉਹ ਇਕੱਲਾ ਮੂਲ ਮੰਤਰ ਦੀ ਕਹਿੰਦੇ ਜੇ ਇਕੱਲੇ ਉਹ ਸਮਝ ਲੈ ਨਾ ਆਪਣੇ ਅੰਦਰ, ਕਹਿੰਦੇ ਮੂਲ ਮੰਤਰ ਦੀ ਜਿਹੜੀ ਵਿਆਖਿਆ ਨਾ, ਕਹਿੰਦੇ ਉਹ ਸਮਝ ਲਵੇ, ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਵੇ, ਕਹਿੰਦੇ ਉਹ ਕਹਿੰਦੇ ਉਸ ਮੂਲ ਮੰਤਰ ਦੇ ਅੰਦਰ ਹੀ ਕਹਿੰਦੇ ਉਹਦਾ ਜੀਵਨ ਦਾ ਪਾਰ ਉਤਾਰਾ ਹੋ ਜਾਣਾ। ਕਹਿੰਦੇ ਉਸਨੇ ਇਸ ਭਵਜਲ ਸਾਗਰ ਤੋਂ ਤਰ ਜਾਣਾ। ਕਹਿੰਦੇ ਲੋਕ ਸੁਹੇਲੇ, ਕਹਿੰਦੇ ਲੋਕ ਪਰਲੋਕ ਕਹਿੰਦੇ ਉਹਦੇ ਸੁਹੇਲੇ ਹੋ ਜਾਣੇ ਨੇ। ਕਹਿੰਦੇ ਸਤਿਗੁਰੂ ਜੀ ਹਰ ਪ੍ਰਕਾਰ ਉਹਦੀ ਰੱਖਿਆ ਕਰਨਗੇ, ਅੰਗ ਸੰਗ ਸਹਾਈ ਹੋਣਗੇ। ਸੰਗ ਤਾਂ ਸਹਾਈ ਤਾਂ ਹੀ ਹੋਣਗੇ ਜੇ ਉਸ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਵਾਂਗੇ। ਸੋ ਸਾਧ ਸੰਗਤ ਜੀ ਵਿਚਾਰ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਨੇ। ਸੋ ਆਪ ਜੀ ਸਰਬੱਤ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਤੀਸਰੀ ਜੋਤ ਬਖਸ਼ਣਹਾਰ ਹੈ। ਸੋ ਸਾਧ ਸੰਗਤ ਜੀ ਭੁੱਲਾਂ ਮੇਰੀਆਂ ਜਾਣ ਕੇ ਮੇਰੀ ਝੋਲੀ ਪਾ ਦੇਣੀਆਂ, ਬਚਨ ਸਤਿਗੁਰੂ ਜੀ ਦੇ ਜਾਣ ਕੇ ਹਿਰਦੇ ਦੇ ਵਿੱਚ ਵਸਾ ਲੈਣੇ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।